बहुत सारे सेंसर पार्ट्स होंगे और कोई छोटी कंपनी इतनी आ रही होनी और वो भी नहीं आ रही होनी। ये गल याद रखियो, आनी होनी कोई कंपनी। एक भी MOU साइन मुख मंत्री साहब विखा दे कि जिहड़ा उन्हां दी सरकार ने कीता ते वो इंडस्ट्री लग रही है। लोगों को बेवकूफ बिल्कुल ना बनाओ। मेरी तुहानू बेनती है मान साहब, जिहड़ा पंजाब दे इंडस्ट्रीलिस्ट उत्तर प्रदेश जा रहे ने, किरपा करके उन्होंने गौर फरमाओ, उन्होंने सदो, उन्होंने पुछो भी की तकलीफ होगी, तुसी क्यों जा रहे हैं। जमीनां इत्थे महंगियां, सिखावा माहौल इत्थे नहीं, पार्टीबाजी च इत्थे बहुत एक दूजे नूं वक्री अख नाल वेखिया जांदा है। तमाम इंडस्ट्रीलिस्ट एक दूजे डरदे है, जिहदी सरकार आ जांदी है दूजे कोले जाना नहीं चाहुंदे। पर जिन्ना ठोक के तुसी कह रहे हो, आखिरकार प्रेजिडेंट मुख मंत्री दी यानी कि गल ते बिल्कुल दम नहीं होना। ਜਿਹੜੀਆਂ ਮਗਰਲੀਆਂ ਸਰਕਾਰਾਂ ਸੀਗੀਆਂ, ਬੇਸ਼ੱਕ ਉਹ ਸਾਡੀ ਸਰਕਾਰਾਂ ਸੀਗੀਆਂ, ਉਹਦੇ ਵਿੱਚ ਬਹੁਤ ਸਾਰੀਆਂ ਕਮਿਟਮੈਂਟ ਬਹੁਤ ਸਾਰੀਆਂ ਕੰਪਨੀਆਂ ਨੇ ਕੀਤੀਆਂ, ਲੇਕਿਨ ਉਹ ਕਮਿਟਮੈਂਟ ਪੂਰੀਆਂ ਨਹੀਂ ਹੋਈਆਂ। ਜੇ ਉਹ ਸਾਰੀਆਂ ਕਮਿਟਮੈਂਟਸ ਪੂਰੀਆਂ ਹੋ ਜਾਂਦੀਆਂ ਤੇ ਅੱਜ ਪੰਜਾਬ ਕਿਤੇ ਦੀ ਕਿਤੇ ਹੁੰਦਾ। ਤੁਸੀਂ ਪੁਰਾਣੇ ਅੰਕੜੇ ਕੱਢਦੇ ਕਿਉਂ ਨਹੀਂ? ਜਿਹੜਾ ਮਗਰਲੇ ਸਾਲ ਹੋਇਆ ਸੀ ਜਾਂ ਉਦੋਂ ਮਗਰਲੇ ਸਾਲ ਹੋਇਆ ਸੀ, ਜਿਹੜੇ MOU ਸਾਈਨ ਹੋਏ ਸਨ, ਉਹ ਕਿੱਥੇ ਗਏ? ਤੁਸੀਂ ਤਾਂ ਇਹ ਵੀ ਕਿਹਾ ਸੀ ਕਿ ਪਹਿਲੇ ਬਜਟ ਦੇ ਵਿੱਚ ਕਿ ਅਸੀਂ ਇੰਨੇ ਮੈਡੀਕਲ ਕਾਲਜ ਖੋਲ ਦਿਆਂਗੇ, ਹਜੇ ਤੱਕ ਇੱਕ ਮੈਡੀਕਲ ਕਾਲਜ ਦੀ ਇੱਟ ਨਹੀਂ ਲੱਗੀ। ਐਸਾ ਸਿਖਾਵਾ ਮਾਹੌਲ ਬਣਾਓ ਤਾਂ ਜੋ ਪੰਜਾਬ ਦੀ ਇੰਡਸਟਰੀ ਵਾਲੇ ਇਹ ਗੱਲ ਕਹਿਣਗੇ, ਜਦੋਂ ਬਾਹਰ ਕਿਤੇ ਆਪਦੇ ਕੰਮ ਧੰਦੇ ਤੇ ਇਕੱਠੇ ਹੋਣਗੇ, ਉਹ ਇਹ ਕਹਿਣਗੇ ਕਿ ਹੁਣ ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ, ਆਓ ਤੇ ਇੱਥੇ ਇੰਡਸਟਰੀ ਲਾਓ, ਦੈਨ ਪੀਪਲ ਵਿਲ ਕਮ। ਹੁਣ ਜਿਹੜੇ ਬਾਹਰੋਂ ਆਉਂਦਾ ਉਹ ਪਹਿਲਾਂ ਇੱਥੋਂ ਵਾਲੇ ਨੂੰ ਪੁੱਛਦਾ ਵੀ ਤੇਰਾ ਕਿਵੇਂ ਚੱਲਦਾ, ਉਹ ਕਹਿੰਦਾ ਬਾਈ ਨਾ ਆਏ। ਸਿੱਧੂ ਮੂਸੇਵਾਲੇ ਦੇ ਪਿਤਾ ਹਜੇ ਵੀ ਜੇ ਕਿਹਾ ਜਾਵੇ ਉਸੇ ਪੀੜਾ ਦੇ ਵਿੱਚ ਨਜ਼ਰ ਪੈ ਰਹੇ ਨੇ। ਉਹ ਕਹਿੰਦੇ ਨੇ ਕਿ ਆਖਰਕਾਰ ਮੈਂ ਨਹੀਂ ਫਿਰ ਥਾਰ ਤੇ ਲਾ ਲਓ ਵੀ ਇੱਕ ਪ੍ਰੋਟੈਸਟ ਦਾ ਜ਼ਰੀਆ ਉਹਨਾਂ ਦਾ ਵੀ ਆਖਰਕਾਰ ਪੂਰੇ ਪੰਜਾਬ 'ਚ ਮੈਂ ਲੈ ਕੇ ਘੁਮਾ ਕੇ ਜਾਊਂਗਾ ਥਾਰ ਨੂੰ। ਸਿੱਧੂ ਦਾ ਪਿਤਾ ਬੇਵਸ ਪਿਤਾ ਤਾਂ ਹੈ, ਹੁਣ ਕੋਈ ਸੁੱਝ ਨਹੀਂ ਰਿਹਾ ਯਾਰ, ਜਿਹਦਾ ਇਸ ਤਰ੍ਹਾਂ ਪੁੱਤ ਜਾਵੜੇ ਉਹਦੇ ਅੱਗੇ ਤਾਂ ਹਨੇਰਾ ਹੈ। ਵਿਚਾਰਾ ਇੱਧਰ ਕਦੇ ਜਾ ਰਿਹਾ, ਕਦੇ ਇੱਧਰ ਜਾ ਰਿਹਾ। ਤੁਸੀਂ ਦੇਖਿਆ ਹੋਣਾ ਸਟੰਟ ਪੈ ਗਏ, ਹਾਰਟ ਦੀ ਪ੍ਰੋਬਲਮ ਹੋ ਗਈ। ਲੱਗ ਰਿਹਾ ਕਿ ਮੇਰੇ ਜਿਹੜੇ ਮੁੰਡੇ ਦੇ ਕਾਤਲ ਹੈ, ਸਿੱਧੂ ਦੇ ਕਾਤਲ ਹੈ, ਉਹਨਾਂ ਨੂੰ ਛੇਤੀ ਫਾਂਸੀ ਤੇ ਫੰਦੇ ਤੇ ਚੜਾ ਦੇਣਾ ਚਾਹੀਦਾ। ਨਹੀਂ ਲੱਗ ਰਿਹਾ, ਉਹਨੂੰ ਲੱਗ ਰਿਹਾ ਕੁਝ ਨਹੀਂ ਹੋ ਰਿਹਾ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੇ ਵਿੱਚ ਇਨਵੈਸਟਮੈਂਟ ਬਹੁਤ ਵੱਡੇ ਤੌਰ ਤੇ ਆ ਰਹੀ ਹੈ, ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ। ਤੇ ਇਸ ਵਾਰ ਉਹਨਾਂ ਨੇ ਪਿਛਲੀ ਵਾਰੀ BMW ਦੀ ਚਰਚਾ ਹੋਈ ਸੀ, ਇਸ ਵਾਰ ਉਹ ਕਹਿੰਦੇ ਕਿ ਆਖਰਕਾਰ ਮਰਸੀਡੀਜ਼ ਦੇ ਜਿਹੜੇ ਕੰਪਨੀਆਂ ਸੈਂਸਰ ਬਣਾਉਂਦੀਆਂ ਨੇ ਹੁਣ ਇੱਥੇ ਆਉਣਗੀਆਂ। ਮਤਲਬ ਕਿ ਆਖਰਕਾਰ ਉਹ ਸ਼ਹਿਰ ਚਮਕਾਉਣ ਦੀ ਗੱਲ ਹੁੰਦੀ ਹੈ, ਪਰ ਬਾਕੀ ਵੱਡੇ ਤੌਰ ਤੇ ਇੰਡਸਟਰੀ ਆ ਰਹੀ ਹੈ। ਰਾਜਾ ਵੜਿੰਗ ਨੇ ਸਾਡੇ ਨਾਲ। ਵੜਿੰਗ ਸਾਹਿਬ, ਲੱਗਦਾ ਪਿਛਲੀ ਵਾਰੀ ਤਾਂ ਖੈਰ ਇਹ ਚੰਕ ਜਿਹਾ ਮੈਂ ਵਿੱਚੋਂ ਤਾਂ ਚੱਕਿਆ ਕਿਉਂਕਿ ਲੋਕ ਪਛਾਣ ਜਾਂਦੇ ਨੇ ਵੀ ਵੱਡੀਆਂ ਕੰਪਨੀਆਂ ਆ ਰਹੀਆਂ ਨੇਗੀਆਂ। ਉਹ ਕਹਿੰਦੇ ਬਹੁਤ ਵੱਡੀ ਇਨਵੈਸਟਮੈਂਟ ਆ ਰਹੀ ਹੈ ਪੰਜਾਬ। ਕਾਰਾਂ ਤੋਂ ਸੈਂਸਰਾਂ ਤੇ ਤਾਂ ਆ ਗਏ ਤੁਸੀਂ। ਪਹਿਲਾਂ ਤੁਸੀਂ ਕਿਹਾ ਕਾਰਾਂ ਦੀ ਕੰਪਨੀ ਆ ਰਹੀ ਹੈ, ਹੁਣ ਕਹਿੰਦੇ ਸੈਂਸਰਾਂ ਦੀ ਕੰਪਨੀ ਆ ਰਹੀ ਹੈ। ਜਾਣੀ ਕਿ ਬਹੁਤ ਸਾਰੇ ਸੈਂਸਰ ਪਾਰਟਸ ਹੁੰਦੇ ਔਰ ਕੋਈ ਛੋਟੀ ਕੰਪਨੀ ਇੱਥੇ ਆ ਰਹੀ ਹੋਣੀ ਔਰ ਉਹ ਵੀ ਨਹੀਂ ਆ ਰਹੀ ਹੋਣੀ। ਇਹ ਗੱਲ ਯਾਦ ਰੱਖਿਓ, ਆਉਣੀ ਹੋਣੀ ਕੋਈ ਕੰਪਨੀ ਨਹੀਂ। ਪਰ ਉਹ ਤਾਂ ਕਹਿੰਦੇ ਕਿ ਆਖਰ ਜਿਹੜੇ ਪਿਛਲੇ 10 ਮਹੀਨੇ ਨਿਕਲੇ ਨੇ, ਜਿਹੜੀਆਂ ਉਹਨਾਂ ਦੇ ਵਿੱਚ ਕਹਿੰਦੇ ਬਹੁਤ ਸਾਰੀ ਕੰਪਨੀਆਂ ਨੇ ਜਿਨ੍ਹਾਂ ਨਾਲ MOU ਸਾਈਨ ਹੋ ਕੇ ਕੰਸਟਰਕਸ਼ਨ ਸ਼ੁਰੂ ਹੋ ਗਈ ਆ। ਅੱਗੇ ਉਹਨਾਂ ਨੇ ਟਾਟਾ ਸਟੀਲ ਤੋਂ ਲੈ ਕੇ ਜਾਪਾਨ ਦੀ ਕੰਪਨੀਆਂ ਤੱਕ ਦੇ ਨਾਮ ਗਿਣਾਏ ਨੇ ਕਿ ਜਿਹੜੀਆਂ ਹੁਣ ਇਨਵੈਸਟ ਪੰਜਾਬ ਦੇ ਵਿੱਚ ਸ਼ਮੂਲੀਅਤ ਕਰਨੀਆਂ, ਨਾ ਸਿਰਫ ਸ਼ਮੂਲੀਅਤ ਕਰਨੀਆਂ, ਬਕਾਇਦਾ ਪ੍ਰੋਜੈਕਟ ਚੱਲਣਗੇ। ਇੱਕ ਵੀ MOU ਸਾਈਨ ਮੁੱਖ ਮੰਤਰੀ ਸਾਹਿਬ ਵਿਖਾ ਦੇਣ ਕਿ ਜਿਹੜਾ ਉਹਨਾਂ ਦੀ ਸਰਕਾਰ ਨੇ ਕੀਤਾ ਤੇ ਉਹ ਇੰਡਸਟਰੀ ਲੱਗ ਰਹੀ ਹੋਵੇ। ਇੱਕ ਵੀ, ਜਿਹੜਾ ਉਹ ਕਹਿੰਦੇ ਕਿ ਕੰਸਟਰਕਸ਼ਨ ਸ਼ੁਰੂ ਹੋ ਗਈ ਹੈ, ਇੱਕ ਵੀ MOU ਸਾਈਨ ਬਾਏ ਮਾਨ ਸਾਹਿਬ ਗਵਰਨਮੈਂਟ ਵਿਖਾ ਦੇਣ ਤੇ ਇੰਡਸਟਰੀ ਲੱਗ ਰਹੀ ਹੋਵੇ। ਲੋਕਾਂ ਨੂੰ ਬੇਵਕੂਫ ਬਿਲਕੁਲ ਨਾ ਬਣਾਓ। ਮੇਰੀ ਤੁਹਾਨੂੰ ਬੇਨਤੀ ਹੈ ਮਾਨ ਸਾਹਿਬ, ਜਿਹੜਾ ਪੰਜਾਬ ਦੇ ਇੰਡਸਟਰੀਲਿਸਟ ਉੱਤਰ ਪ੍ਰਦੇਸ਼ ਜਾ ਰਹੇ ਨੇ, ਕਿਰਪਾ ਕਰਕੇ ਉਹਨਾਂ ਤੇ ਗੌਰ ਫਰਮਾਓ, ਉਹਨਾਂ ਨੂੰ ਸੱਦੋ, ਉਹਨਾਂ ਨੂੰ ਪੁੱਛੋ ਵੀ ਕੀ ਤਕਲੀਫ ਹੋ ਗਈ, ਤੁਸੀਂ ਕਿਉਂ ਜਾ ਰਹੇ ਹੋ, ਕੀ ਐਸੀਆਂ ਦਿੱਕਤਾਂ ਨੇ ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਕਿ ਤੁਸੀਂ ਪੰਜਾਬ ਛੱਡ ਕੇ ਜਾ ਰਹੇ ਹੋ। ਬਿਲਕੁਲ ਇੰਡਸਟਰੀ ਲਿਆਉਣ ਦੇ ਵਿੱਚ ਦੇਖੋ, ਗੱਲ ਇਹ ਹੈ ਕਿ ਬੜੀਆਂ ਦਿੱਕਤਾਂ ਹੈ ਪੰਜਾਬ ਦੇ ਅੰਦਰ। ਮੈਂ ਇਸ ਸਰਕਾਰ ਦੀ ਨਹੀਂ ਗੱਲ ਕਰ ਰਹੀ ਹੈ। ਇੰਡਸਟਰੀਲਿਸਟ ਕਿਉਂ ਆਊਗਾ ਸਰਕਾਰ, ਦੱਸੋ? ਸਾਡੀ ਜਿਹੜੀ ਜ਼ਮੀਨ ਹੈ ਉਹ ਮਹਿੰਗੀ ਜ਼ਮੀਨ ਹੈ। ਸਾਨੂੰ ਆਮ ਸੂਬਿਆਂ ਦੇ ਵਿੱਚ ਜ਼ਮੀਨ ਸਸਤੀ ਮਿਲ ਜਾਂਦੀ ਹੈ ਕਿਉਂਕਿ ਸਾਡੇ ਉਪਜਾਊ ਜ਼ਮੀਨ ਹੈ, ਚੰਗੀਆਂ ਜ਼ਮੀਨ ਹੈ। ਪਹਿਲੀ ਗੱਲ ਇੱਥੋਂ ਭੱਜਣਾ। ਫਿਰ ਅਸੀਂ ਕਿਸੇ ਨੈਸ਼ਨਲ ਹਾਈਵੇ 'ਤੇ ਨਹੀਂ ਪੈਂਦੇ, ਜਿੱਥੇ ਅਸੀਂ ਕਿਸੇ ਕੈਪੀਟਲ ਦੇ ਨੇੜੇ ਹੋਈਏ ਜਾਂ ਕਿੱਥੋਂ ਕੈਰੇਜ ਬਚ ਸਕੇ। ਇਹ ਸਾਰੀਆਂ ਚੀਜ਼ਾਂ ਇੰਡਸਟਰੀਲਿਸਟ ਵੇਖਦਾ ਹੈ। ਫਿਰ ਸਿਖਾਵਾ ਮਾਹੌਲ ਵੇਖਦਾ ਹੈ ਕਿ ਪੰਜਾਬ ਦੇ ਅੰਦਰ ਇੰਡਸਟਰੀਲਿਸਟ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਨਹੀਂ ਜਾਂਦੀ। ਇੱਥੇ ਇਹ ਦੇਖਿਆ ਜਾਂਦਾ ਵੀ ਫਲਾਣੇ ਇੰਡਸਟਰੀਲਿਸਟ ਦੀ ਫੋਟੋ ਫਲਾਣੀ ਪਾਰਟੀ ਦੇ ਨਾਲ ਆ ਗਈ, ਠੋਕੋ ਇਹਨੂੰ। ਸੋ
ਹਰ ਬੰਦਾ ਇੱਥੇ ਇਨਵੈਸਟ ਕਰਨ ਤੋਂ ਭੱਜਦਾ। ਫਿਰ ਲਾਅ ਐਂਡ ਆਰਡਰ ਦੀ ਸਥਿਤੀ ਕਿ ਅੱਜ ਜਿਹੜੇ ਹਾਲਾਤ ਨੇ, ਗੁੜ ਚਾਹ ਵੇਚਣ ਵਾਲੇ ਵਪਾਰੀ ਨੂੰ ਜਾਂ ਕੱਪੜੇ ਦੀ ਦੁਕਾਨ ਵਾਲੇ ਨੂੰ ਟੈਲੀਫੋਨ ਆ ਰਿਹਾ ਵੀ ਪੈਸੇ ਦਿਓ, ਪਰ ਉਹ ਕਹਿੰਦੇ ਗੈਂਗਸਟਰਾਂ ਨੂੰ ਕਹਿੰਦੇ ਖੰਗਣ ਨਹੀਂ ਦੇਣਾ। ਸੁਣੋ ਵੀ ਤੁਹਾਨੂੰ ਮਾਰ ਦਿੱਤਾ ਜਾਊਗਾ। ਜਿਹੜਾ ਛੋਟੇ ਹੈ, ਇਹ ਤਾਂ ਵੱਡੇ ਇੰਡਸਟਰੀਅਲਿਸਟ ਤਾਂ ਫੋਨ ਨਹੀਂ ਚੱਕਦੇ। ਕਈ ਲੋਕਾਂ ਨੂੰ ਮੈਂ ਜਾਣਦਾ, ਉਹ ਫੋਨ ਨਹੀਂ ਚੱਕਦੇ ਅਨਨੋਨ, ਉਹਨਾਂ ਨੂੰ ਡਰ ਲੱਗਦਾ ਕਿ ਕਿਸੇ ਦਾ ਫੋਨ ਨਾ ਆ ਜਾਏ। ਜ਼ਮੀਨਾਂ ਇੱਥੇ ਮਹਿੰਗੀਆਂ, ਸਿਖਾਵਾਂ ਮਾਹੌਲ ਇੱਥੇ ਨਹੀਂ, ਪਾਰਟੀਬਾਜ਼ੀ 'ਚ ਇੱਥੇ ਬਹੁਤ ਇੱਕ ਦੂਜੇ ਨੂੰ ਵੱਖਰੀ ਅੱਖ ਨਾਲ ਵੇਖਿਆ ਜਾਂਦਾ ਹੈ। ਤਮਾਮ ਇੰਡਸਟਰੀਅਲਿਸਟ ਇੱਕ ਦੂਜੇ ਨੂੰ ਡਰਦੇ ਹੈ। ਜਿਹਦੀ ਸਰਕਾਰ ਆ ਜਾਂਦੀ ਹੈ ਦੂਜੇ ਕੋਲੇ ਜਾਣਾ ਨਹੀਂ ਚਾਹੁੰਦੇ। ਉਹ ਇਸ ਕਰਕੇ ਵੀ ਜੇ ਕਿਤੇ ਮੈਂ ਕਿਸੇ ਨੂੰ ਵਿਆਹ 'ਤੇ ਜਾਂ ਪਾਰਟੀ 'ਤੇ ਦੇਖ ਲਿਆ ਤਾਂ ਮੈਨੂੰ ਮੇਰੀ ਇੰਡਸਟਰੀ ਨੂੰ ਧੱਕਾ ਪਹੁੰਚੇਗਾ। ਸੋ ਇਹ ਜਿੰਨਾ ਚਿਰ ਮਾਹੌਲ ਨਹੀਂ ਖਤਮ ਹੋਏਗਾ ਉਨਾ ਚਿਰ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆਏਗੀ, ਬੀ ਇਟ ਆਮ ਆਦਮੀ ਪਾਰਟੀ ਦੀ ਸਰਕਾਰ, ਬੀ ਇਟ ਕਾਂਗਰਸ ਪਾਰਟੀ ਦੀ, ਬੀ ਇਟ ਅਕਾਲੀ ਦਲ। ਸੋ ਇਹ ਸਾਰੀਆਂ ਚੀਜ਼ਾਂ ਤੇ ਸਾਨੂੰ ਗੌਰ ਫਰਮਾਉਣਾ ਪਊਗਾ। ਤੁਸੀਂ 38,000 ਕਰੋੜ ਰੁਪਏ ਦੀ ਇਨਵੈਸਟਮੈਂਟ ਦੀ ਗੱਲ ਕਰਦੇ ਹੋ, ਉਹ ਬਿਲਕੁਲ ਨਹੀਂ ਆਉਣੀ। ਐਸੇ ਸੁਪਨੇ ਬਿਲਕੁਲ ਨਾ ਵਿਖਾਓ ਜਿਹੜੇ ਪੂਰੇ ਨਹੀਂ ਹੋ ਸਕਦੇ। ਤੁਸੀਂ ਇਹ ਸਾਰੇ ਹਾਲਾਤਾਂ ਤੋਂ ਲੋਕਾਂ ਨੂੰ ਜਾਣੂ ਕਰਵਾਓ। ਐਂਡ ਜਿਹੜੀ ਪੰਜਾਬ ਦੀ ਇੰਡਸਟਰੀ ਹੈਗੀ ਹੈ ਸਾਡੇ ਕੋਲੇ ਅੱਜ ਐਸੀ ਇੰਡਸਟਰੀ ਹੈਗੀ ਹੈ ਜਿਹਦੇ ਨਾਲ ਅਸੀਂ ਪੰਜਾਬ ਨੂੰ ਚੱਲਦਾ ਵੇਖ ਸਕਦੇ ਹਾਂ। ਉਹਨਾਂ ਦੀ ਰੋਕਥਾਮ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਵਪਾਰੀ ਨੂੰ ਕੋਈ ਦਿੱਕਤ ਨਾ ਆਵੇ। ਤੁਸੀਂ ਉਹਨਾਂ ਵਾਸਤੇ ਟਾਈਮ ਕੱਢੋ। ਹਰ ਵਿਅਕਤੀ ਵਾਸਤੇ ਟਾਈਮ ਹੈਗਾ, ਲੇਕਿਨ ਵਪਾਰੀਆਂ ਵਾਸਤੇ ਕਿਉਂ ਨਹੀਂ ਟਾਈਮ ਹੈਗਾ? ਚੀਫ ਮਿਨਿਸਟਰ ਸਾਹਿਬ ਪਿੱਛੇ ਜੇ ਜਲੰਧਰ ਗਏ ਸੀ ਤੇ ਬਹੁਤ ਘੱਟ ਸਮਾਂ ਉਹਨਾਂ ਵਪਾਰੀਆਂ ਨਾਲ ਉਹਨਾਂ ਦੀ ਗੱਲਬਾਤ ਹੋਈ। ਮੈਂ ਕਹਿੰਦਾ ਕਿ ਜਿਹੜੀਆਂ ਇੰਡਸਟਰੀਜ਼ ਸਾਡੀਆਂ ਹੈਗੀਆਂ ਉਹਨਾਂ 'ਤੇ ਜ਼ਰਾ ਤਵੱਜੋ ਫਰਮਾ ਲਓ। ਔਰ ਜਿਹੜੇ ਵਪਾਰੀ ਯੂਪੀ 'ਚ ਜਿਹੜੇ ਇਨਵੈਸਟ ਕਰਨਾ ਚਾਹੁੰਦੇ ਉਹਨਾਂ ਨੂੰ ਬੁਲਾ ਕੇ ਪੁੱਛਣਾ ਚਾਹੀਦਾ ਕਿ ਤੁਸੀਂ ਚੀਫ ਮਿਨਿਸਟਰ ਉੱਤਰ ਪ੍ਰਦੇਸ਼ ਕੋਲੇ ਗਏ, ਕੋਈ ਤਕਲੀਫ ਹੋਊਗੀ, ਪੀੜਾ ਹੋਊਗੀ, ਐਸੀ ਕੀ ਗੱਲ ਹੈ ਵੀ ਤੁਸੀਂ ਉੱਥੇ ਗਏ? ਵਾਈ ਯੂ ਆਰ ਨਾਟ ਇਨਵੈਸਟਿੰਗ ਦੈਟ 10,000 ਕਰੋੜ ਇਨ ਪੰਜਾਬ? ਪਰ ਜਿੰਨਾ ਠੋਕ ਕੇ ਤੁਸੀਂ ਕਹਿ ਰਹੇ ਹੋ, ਆਖਰਕਾਰ ਪ੍ਰੈਜ਼ੀਡੈਂਟ ਮੁੱਖ ਮੰਤਰੀ ਦੀ ਯਾਨੀ ਕਿ ਗੱਲ ਤੇ ਬਿਲਕੁਲ ਦਮ ਨਹੀਂ ਹੋਣਾ, ਕਿਉਂਕਿ ਮੁੱਖ ਮੰਤਰੀ ਨੇ ਵੀ ਇੰਨੇ ਹੀ ਠੋਕ ਕੇ ਕਿਹਾ। ਪਰ ਤੁਸੀਂ ਜਿਹੜੇ ਫੈਕਟਰ ਰੱਖੇ ਨੇ ਉਹ ਫੈਕਟਰਾਂ 'ਚ ਮੁੱਖ ਮੰਤਰੀ ਨੇ ਵੀ ਤਾਂ ਦੇਖੀ ਹੋਣਾ ਕਿ ਆਖਰਕਾਰ ਜਵਾਬ। ਦੇਖੋ, ਜਦੋਂ ਚੀਫ ਮਿਨਿਸਟਰ ਬੰਦਾ ਬਣ ਜਾਂਦਾ ਨਾ, ਜਿਹੜੇ ਆਫਿਸਰ ਬਿਊਰੋਕਰੇਟਸ ਹੈ, ਇਹ ਤੁਹਾਨੂੰ ਆਂਕੜੇ, ਬਿਕੋਜ਼ ਬਹੁਤ ਸਾਰੀਆਂ ਕੰਪਲਸ਼ਨਸ ਐਸੀਆਂ ਹੁੰਦੀਆਂ ਸਬਮਿਟ, ਜਦੋਂ ਜਾਂਦੇ ਨੇ ਉਹ ਚਿੱਠੀ ਦੇ ਦਿੰਦੇ ਨੇ ਕਿ ਠੀਕ ਹੈ ਜੀ, ਵਿਲ ਟਰਾਈ ਟੂ ਇਨਵੈਸਟ ਇੰਨੇ ਪੈਸੇ ਤੁਹਾਡੇ, ਅਸੀਂ 1,000 ਕਰੋੜ ਰੁਪਏ ਦੀ ਇਨਵੈਸਟਮੈਂਟ ਦੀ ਗੱਲ ਕਰਾਂਗੇ। ਤੁਸੀਂ ਮਗਰਲਾ ਖਰੜਾ ਫਰੋਲ ਕੇ ਵੇਖ ਲਓ। ਜਿਹੜੀਆਂ ਮਗਰਲੀਆਂ ਸਰਕਾਰਾਂ ਸੀਗੀਆਂ, ਬੇਸ਼ੱਕ ਉਹ ਸਾਡੀ ਸਰਕਾਰਾਂ ਸੀਗੀਆਂ, ਉਹਦੇ ਵਿੱਚ ਬਹੁਤ ਸਾਰੀਆਂ ਕਮਿਟਮੈਂਟ ਬਹੁਤ ਸਾਰੀਆਂ ਕੰਪਨੀਆਂ ਨੇ ਕੀਤੀਆਂ, ਲੇਕਿਨ ਉਹ ਕਮਿਟਮੈਂਟ ਪੂਰੀਆਂ ਨਹੀਂ ਹੋਈਆਂ। ਜੇ ਉਹ ਸਾਰੀਆਂ ਕਮਿਟਮੈਂਟਸ ਪੂਰੀਆਂ ਹੋ ਜਾਂਦੀਆਂ ਤੇ ਅੱਜ ਪੰਜਾਬ ਕਿਤੇ ਦੀ ਕਿਤੇ ਹੁੰਦਾ, ਕਿਉਂਕਿ ਉਹਨਾਂ ਵਾਸਤੇ ਸੁਖਾਵੇਂ ਮਾਹੌਲ ਨਹੀਂ ਬਣੇ। ਇਸ ਕਰਕੇ ਉਹਨਾਂ ਨੇ ਇੰਡਸਟਰੀ ਨਹੀਂ ਲਾਈ ਜਾਂਦੀ। ਇਹ ਆਪਣੇ ਆਪ ਨੂੰ ਮੂਰਖ ਬਣਾਉਣ ਦਾ ਕੀ ਫਾਇਦਾ ਯਾਰ? ਕੁਝ ਇਹ ਬਿਊਰੋਕ੍ਰੇਸੀ ਤੇ ਸਰਕਾਰ ਕੀ ਕਰਦੀ ਹੈ, ਕੁਝ ਕੰਪਨੀਆਂ ਨੂੰ ਇਹ ਗੱਲ ਕਹੇਗੀ ਕਿ ਤੁਸੀਂ ਸਾਡੇ ਨਾਲ MOU ਸਾਈਨ ਕਰਿਓ, ਇੰਡਸਟਰੀ ਲਾਇਓ ਨਾ ਲਾਇਓ, ਸੋ ਦੈਟ ਅਸੀਂ ਲੋਕਾਂ ਨੂੰ ਕਹਿ ਦਿਆਂਗੇ ਕਿ ਇੰਨੇ ਕਰੋੜ ਦੇ MOU ਸਾਈਨ ਹੋ ਗਏ। ਤੁਸੀਂ ਪੁਰਾਣੇ ਅੰਕੜੇ ਕੱਢਦੇ ਕਿਉਂ ਨਹੀਂ? ਜਿਹੜਾ ਮਗਰਲੇ ਸਾਲ ਹੋਇਆ ਸੀ ਜਾਂ ਉਦੋਂ ਮਗਰਲੇ ਸਾਲ ਹੋਇਆ ਸੀ, ਜਿਹੜੇ MOU ਸਾਈਨ ਹੋਏ ਸਨ, ਉਹ ਕਿੱਥੇ ਗਏ? ਵੇਅਰ ਇਜ਼ ਦੈਟ? ਕਹਿੰਦੇ ਲਿਸਟ ਲੈ ਲਓ ਮੇਰੇ ਤੋਂ, ਕਹਿੰਦੇ ਚੈੱਕ ਕਰਿਆ ਹੁਣ। ਜਿਹੜੇ ਵਿਰੋਧੀ ਕਹਿੰਦੇ ਨੇ ਇਹ ਗੱਲ ਨਹੀਂ ਹੁੰਦੀ। ਨਾ ਵੇਖੋ, ਤੁਹਾਡਾ ਪਲਾਨ ਹੈ, ਤੁਸੀਂ ਕਹਤਾ ਕਿ ਯਾਰ ਮੈਂ ਨਕਸ਼ਾ ਬਣਾਓ, ਮੈਂ ਫੈਕਟਰੀ ਲਾਵਾਂਗਾ। ਜਿੰਨਾ ਚਿਰ ਉਹ ਫੈਕਟਰੀ ਲੱਗਦੀ ਨਹੀਂ, ਉੱਥੇ ਨੀਆਂ ਨਹੀਂ ਪੱਟੀਆਂ ਜਾਂਦੀਆਂ, ਜ਼ਮੀਨ ਅਕਵਾਇਰ ਨਹੀਂ ਹੁੰਦੀ, ਬਣ ਨਹੀਂ ਜਾਂਦੀ, ਉਹਨਾਂ ਚਿਰ ਕਾਰੀ ਲਿਸਟ ਲੈ ਲਓ। ਤੁਸੀਂ ਤਾਂ ਇਹ ਵੀ ਕਿਹਾ ਸੀ ਕਿ ਪਹਿਲੇ ਬਜਟ ਦੇ ਵਿੱਚ ਕਿ ਅਸੀਂ ਇੰਨੇ ਮੈਡੀਕਲ ਕਾਲਜ ਖੋਲ੍ਹ ਦਿਆਂਗੇ, ਹਜੇ ਤੱਕ ਇੱਕ ਮੈਡੀਕਲ ਕਾਲਜ ਦੀ ਇੱਟ ਨਹੀਂ ਲੱਗੀ। ਤੁਸੀਂ ਤਾਂ ਕਿਹਾ ਅਸੀਂ ਮੁਹੱਲਾ ਕਲੀਨਿਕ ਅਸੀਂ ਇੱਦਾਂ ਕਰ ਦਿਆਂਗੇ, ਫਲਾਂ ਕਰ ਦਿਆਂਗੇ। ਮੇਰਾ ਗਿੱਦੜਵੇ ਦਾ ਹਸਪਤਾਲ ਕਾਇਆ ਕਲਪ ਦੇ ਤਹਿਤ ਪਹਿਲੇ ਨੰਬਰ 'ਤੇ ਆਇਆ ਸੀ ਪੰਜਾਬ 'ਚ, ਸਬ ਡਿਵੀਜ਼ਨ ਦਾ ਪਹਿਲੇ ਨੰਬਰ ਦਾ ਹਸਪੀਟਲ ਸੀ, ਜਿੱਥੇ ਤਮਾਮ ਡਾਕਟਰ ਸਾਹਿਬਾਨ ਸਨ, ਤਮਾਮ ਮਸ਼ੀਨਾਂ ਸਨ। ਲੇਕਿਨ ਅੱਜ ਉਹਦੀ ਹਾਲਾਤ ਇਹ ਹੈ, ਕੱਲ੍ਹ ਖਬਰ ਲੱਗੀ ਸੀ ਅਖਬਾਰ ਦੇ ਵਿੱਚ ਕਿ ਉਹ ਤਰਸਯੋਗ ਹਾਲਤ ਦੇ ਵਿੱਚ ਹੈ ਹਸਪਤਾਲ, ਜਿੱਥੇ ਕਰੋੜਾਂ ਰੁਪਇਆ ਇਨਵੈਸਟ ਹੋਇਆ। ਸੋ ਇਹ ਗੱਲਾਂ ਜਿਹੜੀਆਂ ਠੀਕ ਹੈ 4 ਸਾਲ ਲੋਕਾਂ ਨੂੰ ਵਿਖਾਉਣ ਵਾਸਤੇ ਇਹ ਗੱਲਾਂ ਚੰਗੀਆਂ ਲੱਗ ਰਹੀਆਂ, ਪਰ ਅਲਟੀਮੇਟਲੀ ਜਦੋਂ ਇਹਨਾਂ ਦਾ ਰਿਜ਼ਲਟ ਆਊਗਾ ਗਰਾਊਂਡ ਜ਼ੀਰੋ 'ਤੇ, ਉਦੋਂ ਉਹਨਾਂ ਨੇ ਲੋਕਾਂ ਨੇ ਇਸ ਗੱਲ 'ਤੇ ਗਾਲਾਂ ਕੱਢਣੀਆਂ। ਮੇਰੀ ਗੁਜ਼ਾਰਿਸ਼ ਹੈ ਮਾਨ ਸਾਹਿਬ ਨੂੰ, ਆਈ ਕੈਨ ਅੰਡਰਸਟੈਂਡ ਤੁਹਾਡੇ ਕੋਲ ਐਸੀ ਕੋਈ ਜਾਦੂ ਦੀ ਛੜੀ ਨਹੀਂ ਗੀ ਕਿ ਤੁਸੀਂ ਰਾਤੋਂ ਰਾਤ ਦੇਸ਼ ਦੀ ਇੰਡਸਟਰੀ ਲੈ ਕੇ ਪੰਜਾਬ 'ਚ ਠੋਕ ਦਿਓ। ਐਸਾ ਕੋਈ ਤੁਹਾਡੇ ਕੋਲ ਨਈ ਚੀਜ਼ ਨਹੀਂ ਆਈ ਪੰਜਾਬ ਦੇ ਵਿੱਚ ਜਿਹੜੇ ਇੰਡਸਟਰੀਲਿਸਟ ਭੱਜ ਕੇ ਇੱਥੇ ਆ ਜਾਣ। ਇਹ ਨਹੀਂ ਕਿ ਤੁਹਾਡੇ ਕਰਕੇ ਕੋਈ ਵੀ ਸਰਕਾਰ ਹੁੰਦੀ ਉਹ ਵੀ ਨਹੀਂ ਲਿਆ ਸਕਦੀ ਸੀ। ਆਈ ਐਮ ਨਾਟ ਸੇਇੰਗ ਕਿ ਸਰਦਾਰ ਭਗਵੰਤ ਸਿੰਘ ਮਾਨ ਨਹੀਂ ਲਿਆ ਸਕਦਾ, ਕੋਈ ਵੀ ਸਰਕਾਰ ਹੁੰਦੀ ਉਹ ਨਹੀਂ ਲਿਆ ਸਕਦੀ ਸੀ, ਪਰ ਤੁਸੀਂ ਵੱਖਰਾ ਉਹਨਾਂ ਸਰਕਾਰਾਂ ਨਾਲੋਂ ਇਹ ਕੰਮ ਕਰੋ ਕਿ ਉਹਨਾਂ ਵਾਸਤੇ ਸਿਖਾਵੇਂ ਮਾਹੌਲ ਪੈਦਾ ਕਰੋ ਤਾਂ ਜੋ ਇੰਡਸਟਰੀ ਇੱਥੇ ਆਵੇ। ਤੇ ਇੰਡਸਟਰੀ ਨੂੰ ਵਿਤਕਰੇ ਵਾਲੀ ਅੱਖ ਨਾਲ ਨਹੀਂ ਦੇਖਣਾ ਚਾਹੀਦਾ। ਵਪਾਰੀ ਰਾਜੇ ਵੜਿੰਗ ਦੇ ਘਰੇ ਜਾ ਸਕਦਾ ਹੈ, ਵਪਾਰੀ ਅਕਾਲੀ ਦਲ ਦੇ ਘਰੇ ਜਾ ਸਕਦਾ ਹੈ, ਵਪਾਰੀ
ਭਗਵੰਤ ਸਿੰਘ ਮਾਨ ਸਾਹਿਬ ਦੇ ਘਰੇ ਵੀ ਜਾ ਸਕਦਾ ਹੈ, ਲੇਕਿਨ ਇਹ ਨਹੀਂ ਹੈ ਕਿ ਸੁਬਾਹ ਉਹਦਾ ਵਪਾਰ ਬੰਦ ਕਰ ਦਿੱਤਾ। ਸਪੈਸ਼ਲ ਟਾਰਗੇਟ ਹੋਏ ਨੇ, ਇਹਦਾ ਮਤਲਬ ਜਿਹੜਾ ਤੁਸੀਂ ਇਹਨਾਂ ਸਟਰੋਂਗਲੀ ਉਹ ਕਰ ਰਹੇ ਹੋ। ਇਹ ਇੰਡਸਟਰੀਅਲਿਸਟ ਵਾਲੇ ਕਹਿੰਦੇ ਨੇ ਸਾਨੂੰ ਮਿਲਣ ਤੋਂ ਨਹੀਂ ਕਤਰਾਉਂਦਾ ਇੰਡਸਟਰੀਅਲਿਸਟ। ਜਿਹਦੀ ਵੀ ਸਰਕਾਰ ਬਣ ਜਾਂਦੀ, ਇੱਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਜਿਹੜੀਆਂ ਮਗਰਲੀਆਂ ਸਰਕਾਰਾਂ ਨਹੀਂ ਕਰ ਸਕੀਆਂ, ਐਸੇ ਸਿਖਾਵੇਂ ਮਾਹੌਲ ਬਣਾਓ। ਤੁਹਾਡਾ ਫਸਟ ਸਟੈਪ ਚਾਹੀਦਾ ਸੀ। ਮੈਂ ਉਹਦੇ ਨਾਲ ਇੰਤਜ਼ਾਰ ਕਰ ਰਿਹਾ ਸੀ ਕਿ ਜਿਹੜੇ ਵਪਾਰੀ ਉੱਤਰ ਪ੍ਰਦੇਸ਼ ਦੇ ਨੂੰ ਮਿਲ ਕੇ ਆਏ, ਤੁਸੀਂ ਲੁਧਿਆਣੇ ਗਏ ਹੋ, ਤੁਸੀਂ ਆਪਦੇ ਡਿਪਟੀ ਕਮਿਸ਼ਨਰ ਨੂੰ ਇਹ ਗੱਲ ਕਹਿੰਦੇ ਕਿ ਮਹਿੰਦੀ ਉਸ ਇੰਡਸਟਰੀਅਲਿਸਟ ਉਹਨਾਂ ਨਾਲ ਇੰਡਸਟਰੀਅਲਿਸਟਾਂ ਨਾਲ ਮੀਟਿੰਗ ਕਰਾਓ। ਤੁਹਾਡੇ ਇੰਡਸਟਰੀ ਮਿਨਿਸਟਰ ਨੂੰ ਕਹਿੰਦੇ ਕਿ ਜਿਹੜੇ ਉੱਤਰ ਪ੍ਰਦੇਸ਼ ਜਾ ਕੇ ਆਏ, ਅਸੀਂ ਚੀਫ ਮਿਨਿਸਟਰ ਨੂੰ ਮਿਲ ਕੇ ਆਏ। ਤੁਹਾਡੇ ਵਾਸਤੇ ਕਿੱਡੀ ਖਤਰਨਾਕ ਗੱਲ ਹੈ ਕਿ ਪੰਜਾਬ ਦਾ ਚੀਫ ਮਿਨਿਸਟਰ ਇੰਡਸਟਰੀ ਬਾਹਰੋਂ ਲੈ ਕੇ ਆਉਣਾ ਚਾਹੁੰਦਾ ਹੈ, ਤੇ ਲੁਧਿਆਣੇ ਦਾ ਵਪਾਰੀ ਜਾ ਕੇ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਕੋਲੇ ਬੈਠਾ। ਉਹਨਾਂ ਨੂੰ ਪੁੱਛੋ ਕਿਉਂ, ਉਹਨਾਂ ਨੂੰ ਆਪਦੇ ਨਾਲ ਪ੍ਰੈਸ ਕਾਨਫਰੰਸ ਬਿਠਾਓ, ਉਹ ਇਹ ਗੱਲ ਦੱਸਣ ਕਿ ਅਸੀਂ ਇਹਨਾਂ ਕਾਰਨਾਂ ਕਰਕੇ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਕੋਲੇ ਗਏ ਸਾਂ, ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸਾਨੂੰ ਅਪਰੋਚ ਕੀਤਾ ਤੇ ਸਾਡੀਆਂ ਪੀੜਾ ਤੇ ਤਕਲੀਫ ਤੋਂ ਜਾਣਿਆ, ਤੇ ਹੁਣ ਅਸੀਂ ਇਹ ਮਨ ਬਣਾਇਆ ਕਿ ਅਸੀਂ ਪੰਜਾਬ ਦੀ ਧਰਤੀ ਦੇ ਵਸਿੰਦੇ ਹਾਂ ਤੇ ਅਸੀਂ ਇੱਥੇ ਇੰਡਸਟਰੀ ਲਾਵਾਂਗੇ। ਸਾਨੂੰ ਐਸਾ ਮਾਹੌਲ ਪੈਦਾ ਕਰਕੇ ਮੁੱਖ ਮੰਤਰੀ ਪੰਜਾਬ ਨੇ ਦਿੱਤਾ ਹੈ। ਡੋਂਟ ਇਸ ਰੇਸ 'ਚ ਨਾ ਪਾਓ ਕਿ ਮੈਂ 38,000 ਕਰੋੜ ਲਿਆ ਰਿਹਾ, ਕੋਈ 40,000 ਕਰੋੜ ਲਾ ਰਿਹਾ। ਬਿਲਕੁਲ ਨਹੀਂ ਆਇਆ, ਨਾ ਪਹਿਲਾਂ ਆਇਆ ਨਾ ਹੁਣ ਆਉਣਾ। ਇੱਕ ਚੀਜ਼ ਹੋਰ ਦੱਸੋ, ਹੁਣ ਤੱਕ ਦੀਆਂ ਖੈਰ ਇਹ ਤਾਂ ਤਰਾਸਦੀ ਰਹੀ ਹੈ ਕਿਉਂਕਿ ਜਦੋਂ ਤੁਸੀਂ ਸਟਰੋਂਗਲੀ ਆਪਦੀ ਸਰਕਾਰ ਵੇਲੇ ਦੀ ਵੀ ਚੀਜ਼ਾਂ ਗਲਤ ਮੰਨ ਲਾਨੇ ਹੋਗੇ ਕਿ ਹੁਣ ਤੱਕ ਦੀ ਜਿੰਨੀ ਵੀ ਇੰਡਸਟਰੀ ਆਈ ਉਹ 'ਚ ਹੁੰਦਾ ਇਹ ਆਇਆ ਕਿ ਆਹੀ ਸਰਕਾਰੀ ਨੌਕਰੀਆਂ ਮੰਗੂ, ਵੀ ਬਾਹਰ ਆ ਕੇ ਨੌਕਰੀਆਂ ਲੈਂਦੇ ਰਹੇ। ਇੰਡਸਟਰੀ ਦਾ ਫਾਇਦਾ ਧੇਲੇ ਦਾ ਹੋਇਆ ਨਹੀਂ, ਟੈਕਸ ਟੁਕਸ ਵੱਧ ਜਾਂਦੇ ਹੋਣੇ ਸਰਕਾਰ ਦੇ। ਇਸ ਵਾਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਵੀ ਜਿਹੜੀ ਵੀ ਇੰਡਸਟਰੀ ਆਊਗੀ, ਮੈਨੇ ਇਹ ਗੱਲ ਕਹੀ ਆ ਵੀ ਪੰਜਾਬ ਦੇ ਬੰਦੇ ਤੁਹਾਨੂੰ ਪਹਿਲਾਂ ਰੱਖਣੇ ਪੈਣਗੇ। ਜੇ ਤੁਸੀਂ ਉਹ ਨਹੀਂ ਰੱਖਦੇ, ਤੁਹਾਨੂੰ ਲੱਗਦਾ ਵੀ ਕੋਈ ਸਕਿੱਲ ਜਿਹੜੇ ਕਿ ਕਿਸੇ ਹੋਰ 'ਚ ਵੱਧ ਹੈਗੇ ਨੇ, ਕਿਸੇ ਹੋਰ ਸੂਬੇ ਦੇ ਨੇ, ਸਾਨੂੰ 1 ਸਾਲ ਦਾ ਸਮਾਂ ਦਿਓ, ਤੁਸੀਂ ਆਪਦਾ ਬੰਦਾ ਲਿਆ ਕੇ ਕੰਮ ਕਰਾ ਲਓ, ਉਦੋਂ ਬਾਅਦ 'ਚ ਅਸੀਂ ਪੰਜਾਬ ਦੇ ਹੀ ਬੰਦੇ ਤੁਹਾਨੂੰ ਦੇਵਾਂਗੇ। ਇਹ ਪੋਸੀਬਲ ਹੋ ਸਕਦਾ? ਨੋਟ ਐਟ ਆਲ, ਕਦੇ ਪੋਸੀਬਲ ਨਹੀਂ ਹੋਣਾ। ਹੁਣ ਰਿਫਾਈਨਰੀ ਲੱਗੀ ਹੈ ਬਠਿੰਡੇ ਦੇ ਵਿੱਚ, ਨਾ ਹੀ ਕੋਈ ਐਸੀ ਕੰਡੀਸ਼ਨ ਕਰਦਾ। ਕਿਉਂ ਕਰੇਗਾ ਕੰਡੀਸ਼ਨ? ਮੈਂ ਅਗਰ ਮੈਨੂੰ ਕੰਪਿਊਟਰ ਨਹੀਂ ਚਲਾਉਣਾ ਆਉਂਦਾ, ਮੈਂ ਬਥੇਰੇ ਮੁੰਡਿਆਂ ਨੂੰ ਭੇਜਦਾ ਕਿਸੇ ਦੀ ਕੰਪਨੀ ਦੇ ਵਿੱਚ, ਪ੍ਰਾਈਵੇਟ ਪੰਜਾਬ ਦਾ ਮੁੰਡਾ ਪ੍ਰਾਈਵੇਟ ਆਪਣਾ ਨੂੰ ਭੇਜਦੇ ਆ ਕਿਸੇ ਨੂੰ ਲਵਾਉਣ ਕਿ ਆ ਜੀ ਪੇਪਰ ਮਿਲ 'ਚ ਇਹਨੂੰ ਮੁੰਡੇ ਨੂੰ ਰੱਖਿਓ। ਗਾ ਮੁੰਡੇ ਨੂੰ ਅਗਰ ਕੰਪਿਊਟਰ ਚਲਾਉਣਾ ਨਹੀਂ ਆਏਗਾ ਤਾਂ ਕਿਉਂ ਰੱਖੇਗਾ? ਉਹ ਕਿਉਂ ਦੇਗਾ 25,000 ਰੁਪਏ ਤਨਖਾਹ? ਤੁਸੀਂ ਕਿੱਦਾਂ ਇਹ ਕਾਨੂੰਨ ਬਣਾ ਸਕਦੇ ਹੋ ਜਾਂ ਕਿੱਦਾਂ ਉਹਦੇ 'ਤੇ ਗੱਲ ਥੋਪ ਸਕਦੇ ਹੋ? ਹਾਂ, ਅਗਰ ਪੰਜਾਬ ਦਾ ਲੜਕਾ ਹੈ ਤੇ ਉਹਨੂੰ ਸਭ ਕੁਝ ਆਉਂਦਾ, ਉਹ ਕਿਉਂ ਨਾ ਰੱਖੇਗਾ? ਕਿਉਂ ਉੱਤਰ ਪ੍ਰਦੇਸ਼ ਤੋਂ ਬੰਦਾ ਲੈ ਕੇ ਆਏਗਾ? ਦੇਖੋ, ਜਿਹੜੀਆਂ ਪ੍ਰੈਕਟੀਕਲ ਪ੍ਰੋਬਲਮਸ ਆ ਉਹਨਾਂ ਨੂੰ ਐਡਰੈਸ ਕਰਨਾ ਪਏਗਾ। ਔਰ 1 ਸਾਲ 'ਚ ਤੁਸੀਂ ਬੰਦੇ ਨੂੰ ਕਿੱਦਾਂ ਟ੍ਰੇਨ ਕਰੋਗੇ? ਜਿਹੜਾ ਸਕਿਲਡ ਹੈ, ਫੁੱਲੀ ਸਕਿਲਡ ਹੈ ਬੰਦਾ, ਉਹਨੂੰ ਕਿੱਦਾਂ ਟ੍ਰੇਨ ਕਰੋਗੇ? ਬਿਲਕੁਲ ਅੱਜ ਤੋਂ ਤੁਸੀਂ ਟ੍ਰੇਨਿੰਗ ਦੇਣ ਲੱਗੋ, ਸਕਿੱਲ ਬੇਸਿਸ ਜਿਹੜੀਆਂ ਟ੍ਰੇਨਿੰਗਸ ਉਹ ਦੇਣ ਲੱਗੋਗੇ, ਤਾਂ ਤਦ ਤੁਸੀਂ 3-4 ਸਾਲਾਂ 'ਚ ਮੁੰਡੇ ਨੂੰ ਤਿਆਰ, ਉਹਨਾਂ ਨੌਜਵਾਨਾਂ ਨੂੰ ਤਿਆਰ ਕਰ ਪਾਓਗੇ ਜਿਹੜੇ ਉਹਨਾਂ ਫੈਕਟਰੀਆਂ 'ਚ ਕੰਮ ਕਰਨ ਦੇ ਕਾਬਿਲ ਹੋ ਜਾਣਗੇ। ਅਦਰਵਾਈਜ਼ ਤੁਹਾਡੇ ਨਾਲ ਕੰਡੀਸ਼ਨ 'ਤੇ ਤਾਂ ਬੰਦਾ ਆਉਣਾ ਹੀ ਨਹੀਂ ਕੋਈ ਕਿ ਆਹ ਫੈਕਟਰੀ ਲਾਏਗਾ, ਇਹਦੇ 'ਚ 300 ਬੰਦਾ ਲੱਗੇਗਾ ਤੇ 300 ਪੰਜਾਬ ਦਾ ਲਾਉਣਾ ਪਏਗਾ। ਕਿਉਂ ਕਰੇਗਾ ਕੰਡੀਸ਼ਨ? ਇਹ ਰੌਲਾ ਬਹੁਤ ਵੱਡਾ ਹੈ। ਇਹ ਤਾਂ ਹੀ ਉਹਨਾਂ ਨੂੰ ਪੁੱਛਿਆ ਗਿਆ ਵੀ ਉਹ ਕਹਿੰਦੇ ਪੰਜਾਬ ਦਾ ਡੋਮਿਸਾਈਲ ਨੂੰ ਅਸੀਂ ਕਹਿੰਦੇ ਅੱਗੇ ਵਧਾਵਾਂਗੇ। ਤੁਹਾਡਾ ਚੈਨਲ ਹੈ ਸਪੋਕਸਮੈਨ, ਅਗਰ ਉੱਤਰ ਪ੍ਰਦੇਸ਼ ਦਾ ਬੰਦਾ ਘੱਟ ਤਨਖਾਹ 'ਚ ਪੰਜਾਬੀ ਬੋਲਣ ਵਾਲਾ ਤੁਹਾਡੇ ਤੋਂ ਚੰਗਾ ਐਂਕਰ ਆ ਜਾਊਗਾ ਤਾਂ ਸਪੋਕਸਮੈਨ ਦੀ ਮਾਲਕਨ ਉਹਨੂੰ ਰੱਖ ਲਏਗੀ, ਨਾਲ ਮੌਕਾ ਦੇਗੀ। ਕਿਉਂ ਨਹੀਂ ਦੇਗੀ? ਇਹਦੇ 'ਚ ਫਿਰ ਇਹ ਕਹਿ ਸਕਦੇ ਹਾਂ ਪੰਜਾਬੀ ਵੀ ਨਹੀਂ ਸਮਝਣਗੇ ਤਾਂ? ਨੋ, ਮੇਰੇ ਕਹਿਣ ਦਾ ਮਤਲਬ ਅਗਰ ਉਹ ਸਾਰੀਆਂ ਕੁਆਲਿਟੀਆਂ ਜਿਹੜੀਆਂ ਤੁਹਾਡੇ 'ਚ ਹੈ ਉਹ ਹੋਣਗੀਆਂ ਤਾਂ ਕਿਉਂ ਨਹੀਂ ਮੌਕਾ ਦੇਗੀ? ਤੇ ਉਹ ਘੱਟ ਪੈਸਾ ਲਏਗਾ, ਕਿਉਂ ਨਹੀਂ ਦੇਗੀ? ਮੇਰੇ ਕਹਿਣ ਦਾ ਮਤਲਬ ਇੱਕ ਤਾਂ ਸਾਨੂੰ ਸਕਿੱਲ ਬੇਸ ਬੰਦੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣੀ ਪਏਗੀ। ਦੈਟਸ ਵੈਰੀ ਗੁੱਡ। ਸਰਕਾਰ ਇਸ ਗੱਲ 'ਤੇ ਕੰਮ ਕਰੇ। ਇਹ ਤਾਂ ਕੋਈ ਕੰਡੀਸ਼ਨ ਹੀ ਨਹੀਂ ਹੈ ਕਹਿਣ ਨੂੰ ਹੈ ਵੀ ਜਿਹੜੀਆਂ ਕੰਪਨੀਆਂ ਆਉਣਗੀਆਂ ਉਹ ਪੰਜਾਬ ਦੇ ਬੰਦੇ ਰੱਖਣਗੀਆਂ। ਆਉਣਗੀਆਂ ਹੀ ਨਹੀਂ ਕੰਪਨੀਆਂ ਦੇ ਪੰਜਾਬ ਦੇ ਬੰਦੇ ਕੀ ਰੱਖਣੇ ਹੈ? ਇਹ ਗੱਲ ਨਹੀਂ, ਵੇਖੋ ਇਹ ਗੱਲ ਬਣਦੀ ਨਹੀਂ ਹੈ ਕਹਿਣੀ। ਮੇਰੇ ਘਰੇ ਮੈਨੂੰ ਜਿਹੜਾ PA ਚਾਹੀਦਾ ਹੈ, ਮੈਨੂੰ ਤੁਸੀਂ ਨਹੀਂ ਦੱਸ ਸਕਦੇ ਵੀ SPA ਨੂੰ ਰੱਖੋ। ਜੇ ਮੈਨੂੰ ਉਹ ਚੰਗਾ ਲੱਗੇਗਾ, ਮੇਰੇ ਮੁਤਾਬਕ ਕੰਮ ਕਰੇਗਾ ਤਾਂ ਮੈਂ ਉਹਨੂੰ ਰੱਖੂੰਗਾ ਹੀ। ਤੁਹਾਡੇ ਦੱਸਣ ਦੀ ਲੋੜ ਹੀ ਨਹੀਂ। ਤੁਸੀਂ ਮੈਨੂੰ ਕੱਲ੍ਹ ਨੂੰ ਕਹਿ ਦੋਗੇ ਇਹਨੂੰ ਕੱਢੋ, ਮੈਂ ਨਹੀਂ ਕੱਢਾਂਗਾ ਕਿਉਂਕਿ ਮੈਨੂੰ ਉਹਦੀ ਜ਼ਰੂਰਤ ਹੈ। ਸੋ ਸਕਿਲਡ ਬੇਸ ਗੱਲ ਕਰੋ। ਪੁਰਾਣੇ ਜਿਹੜੇ ਵਪਾਰ ਹੈ, ਧੰਦੇ ਹੈ, ਮੰਡੀ ਗੋਬਿੰਦਗੜ੍ਹ ਹੈ ਜਾਂ ਛੋਟੇ ਛੋਟੇ ਵਪਾਰੀ ਹੈ ਜਿਨ੍ਹਾਂ ਦੀਆਂ ਪਰੇਸ਼ਾਨੀਆਂ ਰੈਗੂਲਰ, ਜਿਵੇਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ, ਰੈਗੂਲਰ ਸਾਨੂੰ ਵਪਾਰੀ ਦੀ ਗੱਲ ਕਰਨੀ ਚਾਹੀਦੀ ਹੈ ਨਾਲ, ਤੇ ਰੈਗੂਲਰ ਸਾਨੂੰ ਚੀਫ ਮਿਨਿਸਟਰ ਨੂੰ ਹਰ ਮਹੀਨੇ ਵਪਾਰੀਆਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਜਿਹੜੀਆਂ ਉਹਨਾਂ ਦੀਆਂ ਮਨਿਊਟ ਛੋਟੀਆਂ ਪਹਿਲਾਂ ਮਾਹੌਲ ਕ੍ਰੀਏਟ ਕਰਨਾ ਪਏਗਾ, ਉਹਨਾਂ ਦੀ ਸੇਫਟੀ, ਫਿਰ ਉਹਨਾਂ ਨੂੰ ਕੋਈ ਪਰੇਸ਼ਾਨ ਨਹੀਂ ਕਰੇਗਾ। ਤੁਹਾਡੀ GST ਵਾਲਾ, ਤੁਹਾਡੇ ਫਲਾਂ ਵਾਲੇ ਅੱਜ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ, ਤੁਹਾਨੂੰ ਕੋਈ ਇੰਸਪੈਕਟਰੀ ਰਾਜ ਉਹਨਾਂ ਨੂੰ ਖਰਾਬ ਕਰ ਰਿਹਾ। ਐਸਾ ਸਿਖਾਵਾਂ ਮਾਹੌਲ ਬਣਾਓ ਤਾਂ ਜੋ ਪੰਜਾਬ ਦੀ ਇੰਡਸਟਰੀ ਵਾਲੇ ਇਹ ਗੱਲ ਕਹਿਣਗੇ
ਜਦੋਂ ਬਾਹਰ ਕਿਤੇ ਆਪਦੇ ਕੰਮ ਧੰਦੇ ਤੇ ਇਕੱਠੇ ਹੋਣਗੇ ਉਹ ਇਹ ਕਹਿਣਗੇ ਕਿ ਹੁਣ ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ, ਆਓ ਤੇ ਇੱਥੇ ਇੰਡਸਟਰੀ ਲਾਓ, ਦੈਨ ਪੀਪਲ ਵਿਲ ਕਮ। ਹੁਣ ਜਿਹੜੇ ਬਾਹਰੋਂ ਆਉਂਦਾ ਉਹ ਪਹਿਲਾਂ ਇੱਥੋਂ ਵਾਲੇ ਨੂੰ ਪੁੱਛਦਾ ਵੀ ਤੇਰਾ ਕਿਵੇਂ ਚੱਲਦਾ, ਉਹ ਕਹਿੰਦਾ ਬਾਈ ਨਾ ਹੀ, ਉਹ ਭੱਜ ਜਾਂਦਾ। ਨਹੀਂ ਹੁਣ ਐ ਕਹੀਏ ਵੀ ਯੂਪੀ ਨਾਲੋਂ ਵੀ ਐਡੇ ਮਾੜੇ ਹਾਲਾਤ ਹੋ ਗਏ ਸਾਡੇ ਪੰਜਾਬ ਦੇ, ਵੀ ਯੂਪੀ ਵਾਲਿਆਂ ਨੇ ਸੁਧਾਰ ਲਏ ਤੇ ਪੰਜਾਬ ਦੇ ਤੇ ਐਡੇ ਮਾੜੀ ਹਾਲਾਤ ਹੋ ਗਏ ਨੇ। ਖੁਦ ਯੂਪੀ ਵਾਲਿਆਂ ਨੇ ਕਿਵੇਂ ਬੁਲਾਇਆ, ਕਿੱਦਾਂ ਬੁਲਾਇਆ, ਇਸ ਗੱਲ 'ਚ ਮੈਂ ਜਾਣਾ ਨਹੀਂ ਚਾਹੁੰਦਾ ਕਿ ਬੀਜੇਪੀ ਨੇ ਕੋਈ ਖੇਡ ਖੇਡੀ, ਬੀਜੇਪੀ ਨੇ ਕੋਈ ਦਬਾਅ ਬਣਾਇਆ ਜਾਂ ਕਿੱਦਾਂ ਗਏ, ਕੀ ਕਰੇ। ਇਹਦੇ ਵਿੱਚ ਵੀ ਕਹਾਣੀ ਹੈਗੀ ਹੈ, ਇਹਦੇ ਵਿੱਚ ਵੀ ਕਹਾਣੀ ਹੈਗੀ ਹੈ। ਲੇਕਿਨ ਮੈਨੂੰ ਲੱਗਦਾ ਸੀ ਵੀ ਮਾਨ ਸਾਹਿਬ ਉਹਨਾਂ ਨੂੰ ਬੁਲਾ ਕੇ ਉਦੋਂ ਤੱਕ ਪ੍ਰੈਸ ਕਾਨਫਰੰਸ ਕਰਾਉਣਗੇ ਕਿ ਨਹੀਂ ਅਸੀਂ ਇੰਡਸਟਰੀ ਪੰਜਾਬ 'ਚ ਲਾਵਾਂਗੇ, ਉੱਤਰ ਪ੍ਰਦੇਸ਼ 'ਚ ਨਹੀਂ ਲਾਵਾਂਗੇ। ਸਾਨੂੰ ਭਗਵੰਤ ਮਾਨ ਨੇ ਆ ਸਾਰੀਆਂ ਸੁਵਿਧਾਵਾਂ ਦਿੱਤੀਆਂ। ਜਿੱਥੋਂ ਤੱਕ 38,000 ਕਰੋੜ ਦੀ ਗੱਲ ਕਰਦੇ ਹੋ, ਜੇ ਇੱਦਾਂ ਦੀ ਗੱਲ ਕਹਾਣੀ ਚਲਾਉਂਦੇ ਨੇ ਮੈਨੂੰ ਦਿਖਾ ਦਿਓ ਜੋ ਇੰਡਸਟਰੀ ਲਿਸਟ ਜਦੋਂ ਲੱਗ ਗਈ। ਚੱਲਾਂਗੇ ਨੀਂਹ ਪੱਥਰ 'ਤੇ। ਮੈਂ ਭਗਵੰਤ ਮਾਨ ਸਾਹਿਬ ਜਦੋਂ ਕੋਈ ਇੰਡਸਟਰੀ ਵਾਲਾ ਨੀਂਹ ਰੱਖਣ ਜਾਊਗਾ ਉਹਦੇ ਮੈਨੂੰ ਤੁਸੀਂ ਲੈ ਜਾਓ, ਜੋ ਮੈਂ ਵੀ ਉੱਥੇ ਲੱਡੂ ਖਾ ਕੇ ਆਊਗਾ। ਕਿਸੇ ਨੇ ਨਹੀਂ ਲਾਉਣੀ ਹੈ ਇਸ ਮਾਹੌਲ 'ਚ, ਕਿਸੇ ਨੇ ਇੰਡਸਟਰੀ ਨਹੀਂ। ਖੈਰ ਜੇ ਦੂਜੇ ਪਾਸੇ ਸੂਬੇ ਦੇ ਮੁੱਦਿਆਂ ਦੀ ਗੱਲ ਕਰੀਏ ਜੀ, ਬੰਦੀ ਸਿੰਘਾਂ ਦਾ ਮੋਰਚਾ ਚੱਲ ਰਿਹਾ ਹੈ ਔਰ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਜੇ ਦੇਖਿਆ ਜਾਵੇ ਤਾਂ ਲੋਕ ਵੀ ਹੌਲੀ ਹੌਲੀ ਸੰਗਤਾਂ ਜੁੜ ਰਹੀਆਂ ਨੇਗੀਆਂ। ਤੁਸੀਂ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਮੋਰਚੇ ਨੂੰ ਦੇਖਦੇ ਹੋ ਤੇ ਖਾਸ ਕਰਕੇ ਜਿਹੜੀ ਮੰਗਾਂ ਨੇਗੀਆਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਉਹ ਸਮਝਦੇ ਹੋ ਕਿ ਆਖਰ ਪੋਲੀਟੀਕਲੀ ਇਨਵੋਲਵਮੈਂਟ, ਕਿਉਂਕਿ ਉਹ ਲਗਾਤਾਰ ਕਹਿੰਦੇ ਨੇ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਸ਼ਾਇਦ ਪੈਰਾ ਉਸ ਹਿਸਾਬ ਦੇ ਨਾਲ ਨਹੀਂ ਦਿੱਤਾ ਹੈਗਾ। ਦੇਖੋ ਕੋਈ ਵੀ ਬੰਦਾ ਜਿਹੜਾ ਕਨਵਿਕਟਡ ਹੈਗਾ, ਜਿਹਨੇ ਆਪਦੀ ਮੈਂ ਸਮਝਦਾ ਕਿ ਜਿਹੜੀ ਸਜ਼ਾ ਉਹ ਭੁਗਤ ਲਈ ਹੈ, ਕੋਈ ਵੀ ਵਿਅਕਤੀ, ਇਟਸ ਨਾਟ ਅਬਾਊਟ ਬੰਦੀ ਸਿੱਖ ਜਾਂ ਕੋਈ ਹੋਰ, ਮੇਰੇ ਮੁਤਾਬਕ ਉਹਨੂੰ ਰਿਹਾ ਕਰ ਦੇਣਾ ਚਾਹੀਦਾ ਜਿਹਨੇ ਆਪਦੀ ਸਜ਼ਾ ਪੂਰੀ ਕਰ ਲਈ ਹੈ। ਸੈਕਿੰਡ, ਇਟਸ ਅ ਲਾਅ ਆਫ ਲੈਂਡ। ਜਿਹੜਾ ਵੀ ਕਾਨੂੰਨ ਹੈ, ਕੋਈ ਦੇਸ਼ ਦਾ ਕਾਨੂੰਨ ਤਾਂ ਹੈ ਹੀ। ਜੇ ਅਸੀਂ ਦੇਸ਼ ਦੇ ਕਾਨੂੰਨ ਦੀ ਕੋਈ ਗੱਲ ਨਹੀਂ ਕਰਾਂਗੇ ਤਾਂ ਫਿਰ ਗੱਲ ਬਣੇਗੀ ਨਹੀਂ। ਔਰ ਜੋ ਕੱਲ ਪਰਸੋਂ ਹੋਇਆ ਇਹ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਦੇ ਤਕਰਾਰਾਂ ਦੇ ਨਾਲ ਹੋਰ ਤਲਖੀ ਵੱਧ ਜਾਏਗੀ। ਤੁਸੀਂ ਮੈਨੂੰ ਇਹ ਦੱਸੋ, ਮੈਂ ਆਪਦੇ ਉਹਨਾਂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ, ਉਹਨਾਂ ਦੀ ਪੀੜਾ ਤੇ ਦਰਦ ਵੀ ਮੈਂ ਸਮਝਦਾ ਕਿ ਉਹਨਾਂ ਨੂੰ ਲੱਗਦਾ ਕਿ ਜਿਨ੍ਹਾਂ ਨੇ ਸਜ਼ਾ ਪੂਰੀਆਂ ਕਰ ਲਈਆਂ ਉਹ ਸਾਥੀਆਂ ਨੂੰ ਰਿਹਾ ਕਰ ਦੇਣਾ ਚਾਹੀਦਾ। ਬਿਲਕੁਲ ਕੋਈ ਇਤਰਾਜ਼ ਨਹੀਂ ਇਸ ਗੱਲ 'ਤੇ। ਜਿਨ੍ਹਾਂ ਨੇ ਆਪਦੀ ਸਜ਼ਾ ਪੂਰੀ ਕਰ ਲਈ ਹੈ, ਚਾਹੇ ਉਹ ਕੋਈ ਵਿਅਕਤੀ ਹੈ, ਚਾਹੇ ਉਹਦੀ ਆਵਾਜ਼ ਕੋਈ ਬੁਲੰਦ ਕਰ ਰਿਹਾ ਚਾਹੇ ਨਹੀਂ ਕਰ ਰਿਹਾ, ਉਹਨੂੰ ਰਿਲੀਜ਼ ਕਰ ਦੇਣਾ ਚਾਹੀਦਾ। ਪਰ ਸਾਨੂੰ ਇੱਕ ਸਿਸਟਮ ਬਣਾਉਣਾ ਪਏਗਾ। ਜੋ ਕੱਲ੍ਹ ਦੀਆਂ ਵੀਡੀਓਜ਼ ਜਾਂ ਪਰਸੋਂ ਚੌਥੇ ਜੋ ਹੋਇਆ ਚੰਡੀਗੜ੍ਹ ਦੇ ਵਿੱਚ, ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਤਾਂ ਫਿਰ ਸਿਵਲ ਵਾਰ ਲੱਗ ਜਾਏਗੀ, ਕੋਈ ਸਿਸਟਮ ਹੀ ਨਹੀਂ ਰਹੇਗਾ। ਪੁਲਿਸ ਨੇ ਤਾਂ ਰਿਹਾ ਨਹੀਂ ਕਰਨੀ, ਪੁਲਿਸ ਨੇ ਤਾਂ ਆਪਣਾ ਕੰਮ ਕਰਨਾ ਹੈ। ਅਸੀਂ ਵੀ ਪ੍ਰਦਰਸ਼ਨ ਕਰਦੇ ਹਾਂ, ਜੋ ਕੋਈ ਕਰਦਾ ਤਾਂ ਉੱਥੇ ਜਿੱਥੇ ਪੁਲਿਸ ਨੇ ਰੋਕਣਾ ਅਲਟੀਮੇਟਲੀ ਰੋਕ ਕੇ ਅਸੀਂ ਉੱਥੇ ਉਹਦਾ ਪ੍ਰਦਰਸ਼ਨ ਕਰਦੇ ਹਾਂ। ਪੁਲਿਸ ਉੱਤੇ ਰੋਕ ਲੈਂਦੀ ਹੈ, ਜਾਣਾ ਕਿੱਥੇ ਉਸ ਤੋਂ ਬਾਅਦ? ਚੀਫ ਮਿਨਿਸਟਰ ਦੇ ਘਰੇ ਜਾ ਕੇ ਵੀ ਕੀ ਹੋਏਗਾ? ਯੂ ਟੈਲ ਮੀ। ਪੁਲਿਸ ਨੇ ਰੋਕ ਲਿਆ, ਤੁਹਾਡਾ ਪ੍ਰਦਰਸ਼ਨ, ਤੁਹਾਨੂੰ ਹੱਕ ਹੈ ਆਪਦੇ ਲੋਕਾਂ ਦੀ ਲੜਾਈ ਲੜਨ ਦਾ, ਤੁਹਾਨੂੰ ਹੱਕ ਹੈ ਪ੍ਰਦਰਸ਼ਨ ਕਰਨ ਦਾ, ਤੁਹਾਨੂੰ ਹੱਕ ਹੈ ਆਪਦੀ ਗੱਲ ਕਰਨ ਦਾ। ਉਹਨੂੰ ਉੱਚੀ ਆਵਾਜ਼ 'ਚ ਗੱਲ ਕਰਦੇ ਰਹੋ। ਅਲਟੀਮੇਟਲੀ ਕਿਸਾਨ ਮੋਰਚੇ ਨੇ ਵੀ ਜਾ ਕੇ ਧਰਨਾ ਲਾ ਕੇ, ਦੇਖੋ ਜਦੋਂ ਲਾਲ ਕਿਲ੍ਹੇ ਦੀ ਗੱਲ ਹੋ ਰਹੀ ਸੀ, ਕੁਝ ਲੋਕਾਂ ਦਾ ਹਾਦਸਾ ਹੋਇਆ ਤੇ ਕਿਸਾਨ ਯੂਨੀਅਨ ਦੇ ਜਥੇਬੰਦੀਆਂ ਨੇ ਕਹਾ ਕਿ ਸ਼ਾਂਤੀਪੂਰਵਕ ਅਗਰ ਇਹ ਧਰਨਾ ਰਹੇਗਾ ਤਾਂ ਅਸੀਂ ਇਹਦੇ 'ਚੋਂ ਨਿਕਲ ਆਵਾਂਗੇ। ਉਸ ਤੋਂ ਬਾਅਦ ਉਹਨਾਂ ਨੇ ਪੂਰਾ ਮੁਕੰਮਲ ਸ਼ਾਂਤਮਈ ਤਰੀਕੇ ਦੇ ਨਾਲ ਆਪਦਾ ਉੱਥੇ ਰੋਸ ਜਤਾਇਆ ਤੇ ਤੁਸੀਂ ਦੇਖੋ ਉਹਦਾ ਨਤੀਜਾ ਕੀ ਹੋਇਆ। ਉਹ ਸਾਰੇ ਕਾਨੂੰਨ ਵਾਪਸ ਲੈਣੇ ਪਏ, ਕਾਲੇ ਕਾਨੂੰਨ ਜਿਹੜੇ ਬਣਾਏ ਸੀ। ਸ਼ਾਂਤੀਪੂਰਵਕ ਬੈਠੇ ਰਹੇ, ਕਿੰਨੇ ਮਹੀਨੇ ਬੈਠੇ ਰਹੇ। ਲੇਕਿਨ ਅਕਰੋਸ਼, ਜੋਸ਼, ਕਿਉਂਕਿ ਕੋਈ ਵੀ ਅਗਰ ਧਰਨਾ, ਕੋਈ ਵੀ ਮੂਵਮੈਂਟ ਕਾਮਯਾਬ ਕਰਨੀ ਹੈ ਤਾਂ ਤੁਹਾਨੂੰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹੀ ਕੰਮ ਚਲਾਉਣਾ ਪਊਗਾ, ਅਦਰਵਾਈਜ਼ ਤੁਹਾਡੀ ਮੂਵਮੈਂਟ ਫੇਲ ਹੋ ਜਾਏਗੀ। ਦੂਜੇ ਪਾਸੇ ਵੜਿੰਗ ਸਾਹਿਬ ਦੇਖੀਏ ਤਾਂ ਜਿਵੇਂ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਪਹਿਲਾਂ ਇੰਡਸਟਰੀ ਵਾਲੇ ਵੇਲੇ ਕਰੀ, ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਹਜੇ ਵੀ ਜੇ ਕਿਹਾ ਜਾਵੇ ਉਸੇ ਪੀੜਾ ਦੇ ਵਿੱਚ ਨਜ਼ਰ ਪੈ ਰਹੇ ਨੇ। ਉਹ ਕਹਿੰਦੇ ਨੇ ਕਿ ਆਖਰਕਾਰ ਮੈਂ ਨਹੀਂ ਫਿਰ ਥਾਰ 'ਤੇ ਲਾ ਲਓ ਵੀ ਇੱਕ ਪ੍ਰੋਟੈਸਟ ਦਾ ਜ਼ਰੀਆ ਉਹਨਾਂ ਦਾ, ਵੀ ਆਖਰਕਾਰ ਪੂਰੇ ਪੰਜਾਬ 'ਚ ਮੈਂ ਲੈ ਕੇ ਘੁਮਾ ਕੇ ਜਾਊਂਗਾ ਥਾਰ ਨੂੰ ਤੇ ਫੋਟੋ ਹੋਊਗੀ ਸਿੱਧੂ ਦੀ। ਲੱਗਦਾ ਵੀ ਪੁਲਿਸ ਇੰਨੇ ਲੰਬੇ ਸਮੇਂ ਦੇ ਦੌਰਾਨ ਵੀ, ਜਾਂ ਕਹੀਏ ਕਿ ਸਰਕਾਰ ਆਖਰਕਾਰ ਇਹ ਉਹਨਾਂ ਨੂੰ ਜਿਤਾ ਨਹੀਂ ਪਾਈ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਤੁਹਾਨੂੰ ਇਨਸਾਫ ਮਿਲੂਗਾ ਇਸ ਚੀਜ਼ ਨੂੰ ਲੈ ਕੇ। ਸਿੱਧੂ ਦਾ ਪਿਤਾ ਬੇਵਸ ਪਿਤਾ ਤਾਂ ਹੈ, ਹੁਣ ਕੋਈ ਸੁੱਝ ਨਹੀਂ ਰਿਹਾ ਯਾਰ, ਜਿਹਦਾ ਇਸ ਤਰ੍ਹਾਂ ਪੁੱਤ ਜਾਵੜੇ। ਉਹਦੇ ਅੱਗੇ ਤਾਂ ਹਨੇਰਾ ਹੈ, ਫੁੱਲ ਫਲੱਜ ਹਨੇਰਾ ਹੈ ਉਸ ਬੰਦੇ ਦੇ ਅੱਗੇ। ਉਹ ਵਿਚਾਰਾ ਇੱਧਰ ਕਦੇ ਜਾ ਰਿਹਾ, ਕਦੇ ਇੱਧਰ ਜਾ ਰਿਹਾ। ਤੁਸੀਂ ਦੇਖਿਆ ਹੋਣਾ ਸਟੰਟ ਪੈ ਗਏ, ਹਾਰਟ ਦੀ ਪ੍ਰੋਬਲਮ ਹੋ ਗਈ। ਹੁਣ ਲੱਗ ਰਿਹਾ ਕਿ ਮੇਰੇ ਜਿਹੜੇ ਮੁੰਡੇ ਦੇ ਕਾਤਲ ਹੈ, ਸਿੱਧੂ ਦੇ ਕਾਤਲ ਹੈ, ਉਹਨਾਂ ਨੂੰ ਛੇਤੀ ਫਾਂਸੀ ਤੇ ਫੰਦੇ ਤੇ ਚੜਾ ਦੇਣਾ ਚਾਹੀਦਾ। ਇਹ ਲੱਗ ਰਿਹਾ
ਉਹਨੂੰ ਲੱਗ ਰਿਹਾ ਕੁਝ ਨਹੀਂ ਹੋ ਰਿਹਾ। ਹਾਲਾਂਕਿ मैं भी कहांगा कि पुलिस ने पिछे जे चंगे कदम चुके और काफ़ी घोख विचार करने की कोशिश की, लेकिन जिन्ना चिकर सिद्धू की माँ ते बाप की सैटिस्फैक्शन नहीं होंगी, तसल्ली नहीं होंगी, उन्ना चिकर थोड़ी मेरी तसल्ली का कोई मकसद ही नहीं, मतलब ही नहीं बनता। सो मेरी बेनती है, मैं फिर इस गल करके, क्योंकि गृह मंत्री ने पंजाब के मुख मंत्री भी उही ने, पुलिस भी उन्होंने अंडर है, मैं मुख मंत्री साहब को कहूँगा कि तुसी ये मुख मंत्री साहब नूं मूसेवाला साहब के पिता नाल माता नाल मीटिंग करके उन्हां दी हर किस्म की तसल्ली करवानी चाहिए। जो चाहते ने की चाहता है बाप, एक बेवस बाप की चाहता, होर कोई वड्डी चौड़ी डिमांड तो है नहीं इस तरह। और मैनू लगता कि खुद मुख मंत्री साहब इनिशिएटिव लैन, क्योंकि उन्होंने सुरक्षा ते भी सवाल खड़ा करिਆ। ਉਹ ਕਹਿੰਦੇ ਵੀ ਆਖਰਕਾਰ ਆਪ ਤਾਂ ਇੰਨੇ ਗਨਮੈਨ ਲੈ ਕੇ ਜਦੋਂ ਫਿਰਦੇ ਨੇ, ਕਹਿੰਦੇ ਕਿਤੇ ਨਾ ਕਿਤੇ ਇਹ ਚੀਜ਼ ਜਤਾਉਂਦੀ ਹੈ ਕਿ ਆਖਰਕਾਰ ਸਭ ਕੁਝ ਠੀਕ ਨਹੀਂ ਹੈਗਾ, ਤਾਈਓ ਕਰਕੇ ਡਰ ਇਹਨਾਂ ਨੂੰ ਲੱਗਦਾ ਹੈ, ਇਸੇ ਕਰਕੇ ਇਹ ਗਨਮੈਨਾਂ ਦੇ ਹੋੜ 'ਚ ਫਿਰਦੇ ਨੇਗੇ। ਉਹ ਜਿਵੇਂ ਕਹੀਏ ਵੀ ਇੱਕ ਭੜਕਿਆ ਹੋਇਆ ਪਿਓ, ਜਿਵੇਂ ਤੁਸੀਂ ਕਹਿੰਦੇ ਹੋ ਵੀ ਬੇਬਸ ਹੈ, ਭੜਕਿਆ ਹੋਇਆ ਪਿਓ ਬੋਲ ਰਿਹਾ ਹੈ ਤੇ ਲੱਗਦਾ ਉਹੀ ਗੱਲ ਵੀ ਸੈਟਿਸਫੈਕਸ਼ਨ ਉਹਨਾਂ ਨੂੰ ਹੋ ਨਹੀਂ ਰਹੀ। ਸੁਰੱਖਿਆ ਨੂੰ ਲੈ ਕੇ ਉਹ ਸਵਾਲ ਤਾਂ ਖੜੇ ਕਰਦੇ ਨੇ, ਕਹਿੰਦੇ ਇਹਦਾ ਮਤਲਬ ਸਰਕਾਰ ਵੀ ਇਹ ਗੱਲ ਸਮਝਦੀ ਹੈ ਨਾ ਵੀ ਬਿਨਾਂ ਸੁਰੱਖਿਆ ਜਾਣਾ ਸੌਖਾ ਨਹੀਂ ਹੈਗਾ। 100% यार वो गल वार वार मूसेवाले साहब के पिता के मन के वज रही है ना कि अगर मेरे मुंडे की सुरक्षा वापस ना ली जाती, जिस बंदे नूं खतरा सी, जिस बंदे नूं ऑफिसरां ने कहा सी तेरा एम्बुश लग सकता है, तेरा मुंडा मर सकता है, जिहदे कोले बुलेट प्रूफ गड्डी सी, जिन्हें आपदे पैसों ते गड्डी कराई। हालांकि सरकार बुलेट प्रूफ गड्डी दिंदी है जे कोई मरन वाला होवे, उन्हें आपदे पैसों नाल बुलेट प्रूफ गड्डी कार तैयार कराई तां जो उहदी जान नूं, नौजवान सीगा किते ना किते बुलेट प्रूफ गड्डी नहीं लैके गया, नहीं तो शायद बच जाता, पर वो होनी है जिहड़ी टलदी नहीं। वो किते ना किते गल सता रही है कि यार मेरे मुंडे तो अगर सिक्योरिटी कोई वापस ना लेंदा तो शायद मेरा मुंडा बच जाता। इस करके ही वो सिक्योरिटी ते कोई सवालिया चिन्ह लगाते हैं हमेशा। सो पर मैं दोबारा फिर गुजारिश करूँगा थोड़े रही मान साहब नूं, कृपा करके मान साहब तुसी पंजाब के मुख मंत्री हो, हर व्यक्ति की आवाज़ सुनना थोड़ा फर्ज बनता। किते तुहानूं लगदा कोई रोंदा है करलाउंदा है तो तुसी सब दे मलम लाउण दा काम तुसी करना है। कृपा करके तुसी गांह वध के आपदा एक नुमाइंदा भेज के तुसी उन्हां दी माता पिता नूं बिठा के आप दे नाल गल करो, चर्चा करो, उन्हां नूं टाइम दिओ, जिहड़ी उन्हां दे मन च कोई दुबधा है ਉਹਦੀ क्लैरिटी लिया के कि यार इदां दी गल नहीं सी, उदां दी आ गल है। सो वो माँ प्यो की तसल्ली होनी बड़ी ज़रूरी है और ये मुख मंत्री मैनू लगता कि ये करन तो चंगा होएगा। खैर ਜਦੋਂ ਬੇਬਸ ਪਿਓ ਦੀ ਗੱਲ ਆਉਂਦੀ ਆ ਤਾਂ ਜ਼ਾਹਿਰ ਜੀ ਗੱਲ ਹੈ, ਕਿਉਂਕਿ ਅਗਲੇ ਦਾ ਆਪਦਾ ਪੁੱਤ ਗਵਾਇਆ ਤੇ ਉਹਨਾਂ ਦੀ ਨਾਰਾਜ਼ਗੀ ਵੀ ਸਿਰ ਮੱਥੇ ਹੁੰਦੀ ਆ। ਤੇ ਦੂਜੇ ਪਾਸੇ ਮੁੱਖ ਮੰਤਰੀ ਨੂੰ ਜਿਵੇਂ ਕਿ ਆਖਰ ਕਰ ਕਿਹਾ ਕਿ ਜੇਕਰ ਮਿਲ ਕੇ ਗੱਲਬਾਤ ਕਰਨਾ ਤਾਂ ਸੈਟੀਸਫੈਕਸ਼ਨ ਕਰਾਉਣੀ ਜ਼ਰੂਰੀ ਹੈ। ਖੈਰ ਦੂਜੇ ਪਾਸੇ ਦੇਖੀਏ ਤਾਂ ਸੂਬੇ ਦੇ ਹਾਲਾਤ ਜੇ ਇੰਡਸਟਰੀ ਨੂੰ ਲੈ ਕੇ ਜਿਵੇਂ ਰਾਜਾ ਵੜਿੰਗ ਨੇ ਦਾਅਵਾ ਕਰਿਆ ਤਾਂ ਦੂਜੇ ਪਾਸੇ ਇੱਕ ਪਾਸੇ ਮੁੱਖ ਮੰਤਰੀ ਦਾ ਦਾਅਵਾ। ਹੁਣ ਗੱਲ ਇਹ ਹੈ ਵੀ ਆਖਰਕਾਰ ਮੁੱਖ ਮੰਤਰੀ ਨੇ ਦਾਅਵਾ ਤਾਂ ਕਰਤਾ ਹੈ, ਪਰ ਉਹਦੇ ਨਾਲ ਨਾਲ ਜੇ ਕਹੀਏ ਕਿ ਕੱਲ੍ਹ ਨੂੰ ਜੇਕਰ ਸੱਚਿਓ ਕੋਈ ਜਿਵੇਂ ਕਿ ਰਾਜਾ ਵੜਿੰਗ ਨੇ ਜਿਹੜੇ ਫੈਕਟ ਰੱਖੇ ਨੇ ਸਾਹਮਣੇ ਕਿ ਆਖਰਕਾਰ ਫਿਰ ਇੰਡਸਟਰੀ ਆਊਗੀ ਕਿਉਂ, ਜੇ ਉਸ ਤਰ੍ਹਾਂ ਦੇ ਹਾਲਾਤ ਨਿਕਲਦੇ ਨੇ ਫਿਰ ਗੱਲ ਇਹ ਹੈ ਵੀ ਯਕੀਨ ਕੀਤਾ ਕਿਤੇ ਜਾਊਗਾ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮੀਤ ਸਿੰਘ ਰੋਜ਼ਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ।